ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਐਡਮਿੰਟਨ ਸ਼ਹਿਰ ਤੋਂ ਸਵਾਗਤ ਹੈ ਜੀ ਆਇਆਂ ਨੂੰ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਅੱਜ ਦੇ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਸਾਡੇ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕਰਨ ਦੇ ਲਈ ਪਹੁੰਚੇ ਹਨ ਸਰਦਾਰ ਗੁਰਿੰਦਰ ਸਿੰਘ ਜੀ। ਭਾਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਮਨਜੀਤ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੋ ਭਾਜੀ, ਜਿਹੜੀ ਗੱਲਬਾਤ ਆ ਉਹਦੀ ਸ਼ੁਰੂਆਤ ਅਸੀਂ ਇੱਕ ਬੜੇ ਅਹਿਮ ਮੁੱਦੇ ਤੇ, ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਸਭ ਤੋਂ ਭਖਵਾ ਮੁੱਦਾ ਵਾ, ਹਾਂਜੀ, ਉਹ ਤੋਂ ਸ਼ੁਰੂ ਕਰਦੇ ਹਾਂ ਜੀ। ਬਿਲਕੁਲ ਜੀ। ਅਮਰੀਕਨ ਇਲੈਕਸ਼ਨਸ। ਬਿਨਾਂ ਸ਼ੱਕ ਜੀ ਭਖਵਾ ਮੁੱਦਾ ਹੈ। ਔਰ ਜਿਹੜਾ ਇਹ ਅਮਰੀਕਨ ਇਲੈਕਸ਼ਨ ਵੈਸੇ ਤੇ ਫਾਰਮਲੀ ਨਵੰਬਰ 3 ਨੂੰ ਹੋ ਚੁੱਕਿਆ, ਹਾਂਜੀ, ਪਰ ਅਜੇ ਵੀ ਲੱਗਦਾ ਵਾ ਕਿ ਨਤੀਜੇ ਆਉਣ ਦੇ ਅਜੇ ਬਾਹਲੇ ਨੇੜੇ ਅਸਾਰ ਨਹੀਂ ਨੇ, ਜਾਂ ਹੋ ਸਕਦਾ ਕੁਝ ਹੋਰ ਕੰਪਲਿਕੇਸ਼ਨਸ ਆ ਜਾਣ। ਬਿਲਕੁਲ ਜੀ। ਔਰ ਮੈਨੂੰ ਲੱਗਦਾ ਵੀ ਜਿਹੜੇ ਅਮਰੀਕਨ ਸਿਟੀਜ਼ਨਸ ਨੇ ਔਰ ਦੋਨਾਂ ਪਾਰਟੀਆਂ ਦੇ ਲੀਡਰ ਨੇ, ਉਹ ਅਜੇ ਵੀ ਭੰਬਲ ਭੂਸੇ ਦੀ ਸਥਿਤੀ ਦੇ ਵਿੱਚ ਨੇ। ਤੁਹਾਨੂੰ ਕੀ ਲੱਗਦਾ? ਬਿਨਾਂ ਸ਼ੱਕ ਮਨਜੀਤ ਜੀ, ਜਿਵੇਂ ਤੁਸੀਂ ਦੱਸਿਆ ਕਿ ਇਹ ਭੰਬਲ ਭੂਸਾ ਪਿਆ ਹੋਇਆ, ਰੇੜਕਾ ਜਿਹਨੂੰ ਕਹਿੰਦੇ, ਬਿਲਕੁਲ ਠੇਠ ਪੰਜਾਬੀ ਦੇ ਵਿੱਚ ਰੇੜਕਿਆ ਪਿਆ। 3 ਨਵੰਬਰ ਵਾਲੇ ਦਿਨ ਵੋਟਾਂ ਪੈ ਚੁੱਕੀਆਂ ਸਨ, ਉਸ ਤੋਂ ਬਾਅਦ ਗਿਣਤੀ ਹੋਈ, ਔਰ ਇਸ ਵੇਲੇ ਜੋ ਸਥਿਤੀ ਹੈ ਉਹਦੇ ਵਿੱਚ 253 ਸੀਟਾਂ ਜਿਹੜੀਆਂ ਨੇ ਉਹ ਜੋ ਬਾਈਡਨ ਤੇ 214 ਸੀਟਾਂ ਨੇ ਉਹਨਾਂ ਤੇ ਡੋਨਾਲਡ ਟਰੰਪ। ਠੀਕ ਹੈ ਜੀ। ਇਹ ਗਿਣਤੀ ਜਿਹੜੀ ਹੈ ਸ਼ਾਇਦ ਦੋਨਾਂ ਕੈਂਡੀਡੇਟਾਂ ਨੇ ਮੰਨ ਲਈ ਹੈ, ਔਰ ਜਿੱਤਣ ਲਈ ਆਈ ਥਿੰਕ ਮੈਜਿਕ ਨੰਬਰ 270 ਦਾ ਮੈਜਿਕ ਨੰਬਰ ਹੈ ਜੀ। ਠੀਕ ਹੈ ਜੀ। ਔਰ ਸਾਰੇ ਦੀ ਨਜ਼ਰਾਂ ਉਸੇ ਨੰਬਰ ਤੇ ਨੇ, ਤੇ ਜਿਹਨੂੰ ਇਹ ਨੰਬਰ ਮਿਲ ਗਿਆ ਜੀ, ਵਾਈਟ ਹਾਊਸ ਨੂੰ ਉਹਦੀ ਕੀ ਰਵਾਨਗੀ ਹੋਊਗੀ। ਅਗਲੇ 4 ਸਾਲ ਵਾਈਟ ਹਾਊਸ ਦੇ ਵਿੱਚ ਉਹ ਸੱਜਣ ਬੈਠੇਗਾ। ਕੀ ਬਾਤ ਹੈ ਜੀ। ਲੇਕਿਨ ਗੱਲ ਇਹ ਹੈ ਜੀ ਕਿ ਜਿਵੇਂ ਤੁਸੀਂ ਦੱਸਿਆ ਕਿ 3 ਨਵੰਬਰ ਤੋਂ ਲੈ ਕੇ ਹੁਣ ਤੱਕ ਜੋ ਘਟਨਾਕ੍ਰਮ ਹੋਇਆ, ਹਾਂਜੀ, ਇੱਕ ਵੇਲੇ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਇੰਜ ਲੱਗਦਾ ਸੀ ਕਿ ਡੋਨਾਲਡ ਟਰੰਪ ਜਿਹੜੇ ਨੇ ਉਹਨਾਂ ਨੇ ਬਾਜੀ ਮਾਰ ਲੈਣੀ ਹੈ, ਬਿਲਕੁਲ, ਤੇ ਉਹ ਦੁਬਾਰਾ 4 ਸਾਲ ਵਾਈਟ ਹਾਊਸ ਦੇ ਵਿੱਚ ਰਹਿਣਗੇ। ਲੇਕਿਨ ਹੌਲੀ ਹੌਲੀ ਘਟਨਾਕ੍ਰਮ ਇਸ ਤਰ੍ਹਾਂ ਦਾ ਬਣਿਆ ਕਿ ਜਿਹਨਾਂ ਸਟੇਟਾਂ ਦੇ ਵਿੱਚ ਉਹ ਲੀਡ ਕਰਦੇ ਸਨ, ਉਹਨਾਂ ਦੀ ਲੀਡ ਘਟਣ ਲੱਗੀ। ਵੋਟਾਂ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਮੇਲ ਇਨ ਬੈਲਟਸ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ, ਜਿਹਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਬਹੁ ਗਿਣਤੀ ਦੇ ਵਿੱਚ ਉਹਨਾਂ ਲੋਕਾਂ ਦੇ ਮੇਲ ਇਨ ਬੈਲਟਸ ਨੇ ਜਿਹੜੇ ਜੋ ਬਾਈਡਨ ਦੇ ਆਪਣੇ ਸਪੋਰਟਰ ਨੇ, ਜਿਹੜੇ ਹਾਂਜੀ, ਜਿਹੜੇ ਡੈਮੋਕ੍ਰੇਟਿਕ ਦੇ ਸਪੋਰਟਰ ਨੇ। ਔਰ ਉਸ ਦਾ ਖਦਸ਼ਾ ਸ਼ਾਇਦ ਡੋਨਾਲਡ ਟਰੰਪ ਨੂੰ ਪਹਿਲਾਂ ਸੀ, ਔਰ ਉਹ ਪਹਿਲਾਂ ਇਹ ਗੱਲ ਕਹਿੰਦੇ ਰਹੇ ਕਿ ਜਿਹੜਾ ਵੋਟਾਂ ਦੀ ਗਿਣਤੀ ਹੈ ਉਹਦੇ ਵਿੱਚ ਉਹਨਾਂ ਨੂੰ ਯਕੀਨ ਨਹੀਂ। ਹਾਂਜੀ, ਔਰ ਇਸ ਗੱਲ ਤੋਂ ਭਾਵੇਂ ਜਿਹੜੇ ਬਹੁਤੇ ਮੀਡੀਆ ਸਰੋਤ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਠੀਕ ਹੈ ਜੀ, ਜਿਹੜੀ ਜੋ ਡੈਮੋਕ੍ਰੇਟਿਕ ਵੈਲਿਊਜ਼ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਨਤੀਜੇ ਆਉਣ ਉਹ ਮੰਨ ਲੈਣੇ ਚਾਹੀਦੇ ਨੇ। ਲੇਕਿਨ ਦੂਜੇ ਪਾਸੇ ਡੋਨਾਲਡ ਟਰੰਪ ਹੋਣਾ ਦੀ ਜਿਹੜੀ ਗੱਲ ਹੈ ਉਹ ਇਸ ਗੱਲ ਇਹ ਵਜਿੱਦ ਨੇ ਕਿ ਲੱਗਦਾ ਜੋ ਹੋਣਾ, ਕਿਉਂਕਿ ਇੱਕ ਵੇਲੇ ਜਿਹੜੀਆਂ 5 ਸਟੇਟਾਂ ਦੇ ਵਿੱਚ ਜਾਰਜੀਆ, ਪੈਂਸਿਲਵੇਨੀਆ, ਐਰੀਜ਼ੋਨਾ, ਨਵਾਡਾ ਤੇ ਆਪਣੇ ਇੱਕ ਹੈ ਜੀ ਨਾਰਥ ਕੈਰੋਲਾਈਨਾ, ਹਾਂਜੀ ਹਾਂਜੀ, ਇਹ 5 ਸਟੇਟਾਂ ਦੇ ਵਿੱਚ ਉਹਨਾਂ ਦੀ ਲੀਡ ਸੀ ਸਾਰਿਆਂ ਵਿੱਚ। ਸ਼ਾਇਦ ਐਰੀਜ਼ੋਨਾ ਦੀ, ਹਾਂਜੀ, ਨਵਾਡਾ ਤੋਂ ਬਿਨਾਂ 4 ਸਟੇਟਾਂ ਦੇ ਵਿੱਚ ਉਹ ਇੱਕ ਵੇਲੇ ਲੀਡ ਕਰਦੇ ਸਨ। ਇਸ ਵੇਲੇ ਸਿਰਫ ਨਾਰਥ ਕੈਰੋਲਾਈਨਾ ਦੇ ਵਿੱਚ ਲੀਡ ਬਚੀ ਹੈ ਜੀ। ਹਾਂਜੀ ਹਾਂਜੀ, ਤੇ ਇੰਜ ਲੱਗਦਾ ਹੈ ਕਈ ਵਾਰ ਕਿ ਉਹਨਾਂ ਦੀ ਗੱਲ ਜਿਹੜੀ ਉਹ ਗੱਲ ਤਕਰੀਬਨ ਪਿਛਲੇ ਕਈ ਹਫ਼ਤਿਆਂ ਤੋਂ ਕਹਿ ਰਹੇ ਸਨ, ਉਹ ਗੱਲ ਵੀ ਸੱਚੀ ਹੋ ਰਹੀ ਹੈ। ਬਿਲਕੁਲ, ਹਾਂਜੀ, ਕਿਉਂਕਿ ਵੋਟਾਂ ਕਿੱਥੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਨੇ। ਹਾਂਜੀ, ਲੇਕਿਨ ਦੂਜੇ ਪਾਸੇ ਜਿਹੜੇ ਮੀਡੀਆ ਸਰੋਤ ਨੇ ਜਾਂ ਜਿਹੜਾ ਸਿਸਟਮ ਹੈ ਉੱਥੇ ਦੀ ਵੋਟਾਂ ਦੀ ਕਾਊਂਟਿੰਗ ਦਾ, ਉਹ ਕਹਿੰਦੇ ਨੇ ਕਿ ਸਾਡਾ ਪੁਰਾਣਾ ਸਿਸਟਮ ਹੈ ਤੇ ਅਸੀਂ ਵੋਟਾਂ ਇਸੇ ਤਰ੍ਹਾਂ ਹੀ ਗਿਣਤੀ ਕਰਦੇ। ਠੀਕ ਹੈ ਜੀ। ਸੋ ਇਹ ਭੰਬਲ ਭੂਸਾ ਜਿਹੜਾ ਜੀ ਇਸੇ ਕਰਕੇ ਪਿਆ ਹੋਇਆ ਜੀ। ਬਿਲਕੁਲ ਠੀਕ ਕਹਿ ਰਹੇ ਤੁਸੀਂ। ਇਹਦੇ ਨਾਲ ਇੱਕ ਹੋਰ ਜੋੜਦਾ ਸਵਾਲ ਆ, ਕਿਉਂਕਿ ਆਪਣੇ ਟਰੰਪ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਆ 1-2 ਵਾਰ, ਹਾਂਜੀ, ਕਿ ਭਾਈ ਜੇ ਤਾਂ ਮੈਂ ਜਿੱਤ ਗਿਆ ਤੇ ਇਲੈਕਸ਼ਨ ਬਹੁਤ ਵਧੀਆ। ਬਿਲਕੁਲ ਜੀ। ਤੇ ਜੇ ਮੈਂ ਹਾਰਿਆ, ਮੈਨੂੰ ਲੱਗਿਆ ਵੀ ਮੇਰੀ ਲੀਡ ਘਟ ਰਹੀ ਆ ਤੇ ਮੈਨੂੰ ਲੱਗੂਗਾ ਫਿਰ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਧਾਂਦਲੀ ਹੋਈ ਆ, ਔਰ ਮੈਂ ਕੋਰਟ ਦੇ ਵਿੱਚ ਵੀ ਜਾਊਂਗਾ ਔਰ ਇਹਦੀ ਰੀਕਾਊਂਟਿੰਗ ਵੀ ਕਰਵਾਵਾਂਗੇ, ਹਾਂਜੀ, ਅਗਰ ਕੁਝ ਸੂਬਿਆਂ ਦੇ ਵਿੱਚ ਫਰਕ ਅੰਤਰ ਬਹੁਤ ਘੱਟ ਹੋਇਆ। ਬਿਲਕੁਲ। ਤੇ ਤੁਹਾਨੂੰ ਕੀ ਲੱਗਦਾ ਵੀ ਅਮਰੀਕਨ ਪੋਲੀਟੀਕਲ ਸਿਸਟਮ ਦੇ ਵਿੱਚ ਜਾਂ ਉੱਥੇ ਕੋਈ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਹੈਗੀਆਂ ਜੀ ਰੀਕਾਊਂਟਿੰਗ ਦੀਆਂ? ਦੇਖੋ ਜੀ, ਜਿੰਨੀ ਕੁ ਜਾਣਕਾਰੀ ਮੈਂ ਜਿਹੜੀ ਸਰਚ ਕਰ ਸਕਿਆ, ਹਾਂਜੀ, ਉਹਦੇ ਵਿੱਚ ਵੱਖ-ਵੱਖ ਜਿਹੜੇ ਆਪਣੇ ਪ੍ਰੋਵਿੰਸ ਨੇ, ਜਿਹੜੀ ਵੱਖ-ਵੱਖ ਸਟੇਟਾਂ ਨੇ ਅਮਰੀਕਾ ਦੀਆਂ, ਉਹਨਾਂ ਦੇ ਵਿੱਚ ਵੱਖ-ਵੱਖ ਰੂਲ ਨੇ। ਬਿਲਕੁਲ। ਜਿਵੇਂ ਫਾਰ ਐਗਜ਼ਾਮਪਲ ਪੈਂਸਿਲਵੇਨੀਆ ਦੀ ਮੈਂ ਗੱਲ ਕਰਾਂ ਤੇ ਉੱਥੇ ਉਹਨਾਂ ਨੇ ਕਿਹਾ ਕਿ 0.5% ਜਿਹੜਾ 0.5% ਅਗਰ ਵੋਟਾਂ ਦਾ ਇੰਨਾ ਫਰਕ ਹੈ ਤੇ ਕੈਂਡੀਡੇਟ ਵੋਟਾਂ ਦੀ ਰੀਕਾਊਂਟਿੰਗ ਰਿਕੁਐਸਟ ਕਰ ਸਕਦਾ। ਬਿਲਕੁਲ।
ਸੋ ਹੁਣ ਟੋਟਲ ਵੋਟਾਂ ਦੇ ਹਿਸਾਬ ਨਾਲ ਅਗਰ ਜਿਹੜੀਆਂ ਅੱਧੇ % ਤੋਂ ਜਿਹੜਾ ਫਰਕ ਘੱਟ ਹੈ ਜਾਂ ਅੱਧਾ % ਜਾਂ ਉਸ ਤੋਂ ਘੱਟ ਹੈ ਤੇ ਉਹਦੇ ਵਿੱਚ ਰੀਕਾਊਂਟਿੰਗ। ਇਸੇ ਤਰ੍ਹਾਂ ਕਿਸੇ ਸਟੇਟ ਦੇ ਵਿੱਚ ਇਹ ਜਿਹੜਾ ਫਰਕ ਹੈ ਇਹ 0.1% ਹੈ, ਲੇਕਿਨ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਹੈ ਉਹ 0.5% ਹੈ। ਸੋ ਉਹ ਇੱਕ ਲੀਗਲ ਗੱਲ ਵੀ ਹੈ। ਠੀਕ ਹੈ ਜੀ। ਦੂਜੇ ਪਾਸੇ ਸ਼ਾਇਦ ਇਹ ਵੀ ਗੱਲ ਹੈ, ਕਿਉਂਕਿ ਇਹ ਕਲੀਅਰ ਕੱਟ ਨਹੀਂ ਕੋਈ, ਇਹ ਵੀ ਗੱਲ ਹੈ ਕਿ ਅਗਰ ਕਿਸੇ ਕੈਂਡੀਡੇਟ ਦੇ ਪਾਸ ਜਾਂ ਕਿਸੇ ਪਾਰਟੀ ਦੇ ਪਾਸ ਕੋਈ ਸੋਲਿਡ ਪ੍ਰੂਫ ਹੈ ਕਿ ਇਹ ਜਿਹੜੀ ਗਿਣਤੀ ਹੈ ਇਹਦੇ ਵਿੱਚ ਕੁਝ ਤਰੁੱਟੀਆਂ ਨੇ, ਕੁਝ ਖਾਮੀਆਂ ਨੇ ਜਾਂ ਕੁਝ ਸਹੀ ਨਹੀਂ ਹੋਇਆ, ਤੇ ਫਿਰ ਉਹ ਵੀ ਸ਼ਾਇਦ ਇਸ ਤਰ੍ਹਾਂ ਦਾ ਡਿਸੀਜਨ ਲੈ ਸਕਦੇ ਨੇ। ਇਹ ਆਉਣ ਵਾਲੇ ਦਿਨਾਂ ਦਾ ਘਟਨਾਕ੍ਰਮ ਜਿਹੜਾ ਹੈ ਉਹ ਇਹ ਦੱਸੇਗਾ ਕਿ ਕੀ ਹੋਵੇਗਾ ਜੀ। ਇਹਦੇ ਨਾਲ ਇੱਕ ਕੁਐਸਚਨ ਮੈਂ ਜੀ ਐਸੋਸੀਏਟ ਕਰਨਾ ਚਾਹੂੰਗਾ ਇੰਡੀਅਨ ਪੋਲੀਟੀਕਲ ਸਿਸਟਮ ਦੇ ਨਾਲ। ਹਾਂਜੀ। ਜਦੋਂ ਇੰਡੀਆ ਦੇ ਵਿੱਚ ਇਲੈਕਸ਼ਨ ਹੋਏ ਸੀਗੇ, ਚਾਹੇ ਉਹ ਯੂਨੀਅਨ ਲੈਵਲ ਦੇ ਹੋਏ ਹੋਣ ਜਾਂ ਸਟੇਟਸ ਲੈਵਲ ਦੇ, ਹਾਂਜੀ, ਤੇ ਇੰਡੀਆ ਦੇ ਵਿੱਚ ਜਿਹੜੀਆਂ ਹਾਰੀਆਂ ਪਾਰਟੀਆਂ ਸੀ, ਕਹਿ ਲਓ ਕਾਂਗਰਸ, ਕਹਿ ਲਓ ਆਮ ਆਦਮੀ ਪਾਰਟੀ, ਕਹਿ ਲਓ ਜਾਂ ਹੋਰ ਜਿਹੜੀਆਂ ਛੋਟੀਆਂ ਖੇਤਰੀ ਪਾਰਟੀਆਂ ਸੀ, ਹਾਂਜੀ, ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਵੀ ਜਿਹੜੀਆਂ EVMs ਨੇ ਇਹਦੇ ਵਿੱਚ ਧਾਂਦਲੀ ਹੋ ਸਕਦੀ ਹੈ। ਹਾਂਜੀ। ਔਰ ਜਿਹੜੇ ਉੱਥੇ ਇਲੈਕਟੋਰਲ ਰਿਫਾਰਮਸ ਦੇ ਸਪੋਰਟਰ ਸੀ ਉਹ ਕਹਿੰਦੇ ਵੀ ਭਾਈ ਬੈਲਟ ਸਿਸਟਮ ਨੂੰ ਆਪਾਂ ਵਾਪਸ ਲੈ ਕੇ ਆਈਏ, ਉਹੀ ਇਹਦਾ ਸੋਲੂਸ਼ਨ ਹੋ ਸਕਦਾ। ਹਾਂਜੀ। ਪਰ ਅਮਰੀਕਾ ਦੇ ਵਿੱਚ ਤਾਂ ਹੈ ਹੀ ਬੈਲਟ ਸਿਸਟਮ ਆ ਜੀ। ਬਿਲਕੁਲ ਜੀ। ਤੇ ਇੱਥੇ ਵੀ ਟਰੰਪ ਸਾਹਿਬ ਕਹੀ ਜਾਂਦੇ ਨੇ ਕਿ ਵੀ ਇਲੈਕਸ਼ਨ ਦੇ ਵਿੱਚ ਧਾਂਦਲੀਆਂ ਹੋਈਆਂ ਨੇ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਲੈਕਸ਼ਨ ਜਿਹੜਾ ਸਿਸਟਮ ਆ ਉਹਦੇ ਵਿੱਚ ਵਿਸ਼ਵਾਸ ਦੀ ਕਮੀ ਨਜ਼ਰ ਆ ਰਹੀ ਹੈ। ਤੁਸੀਂ ਕਿਵੇਂ ਦੇਖਦੇ ਜੀ ਇਸ ਚੀਜ਼? ਦੇਖੋ ਗੱਲ ਇਹ ਹੈ ਜੀ, ਇਹ ਇਕੱਲੇ ਟਰੰਪ ਸਾਹਿਬ ਦੀ ਗੱਲ ਨਹੀਂ, ਕਿਉਂਕਿ ਅੱਜ ਕੱਲ੍ਹ ਅਸੀਂ ਜਾਣਦੇ ਹਾਂ ਕਿ ਦੁਨੀਆ ਦੇ ਵਿੱਚ ਜਿਹੜਾ ਮੀਡੀਆ ਉਹ ਵੀ ਬਹੁਤ ਬੁਰੀ ਤਰ੍ਹਾਂ ਡਿਵਾਈਡਡ ਹੈ। ਮੈਂ ਕਹਿ ਰਿਹਾ ਹਾਂਜੀ, ਹਾਂਜੀ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਬਿਲਕੁਲ। ਇੱਕ ਦੋ ਮੀਡੀਆ ਸਰੋਤ ਤੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਕਿ ਕਿਸੇ ਜਗ੍ਹਾ ਤੋਂ 1.25 ਲੱਖ ਦੇ ਤਕਰੀਬਨ ਵੋਟਾਂ ਆਈਆਂ ਤੇ ਉਹ ਸਾਰੀਆਂ ਵੋਟਾਂ ਜਿਹੜੀਆਂ ਸਨ ਉਹ ਜੋ ਬਾਈਡਨ ਦੀਆਂ ਸਨ। ਅੱਛਾ ਜੀ। ਹਾਂਜੀ। ਇਸ ਤਰ੍ਹਾਂ ਦੀਆਂ ਗੱਲਾਂ ਮੈਂ ਜਿਹੜੇ ਨਾਮਵਰ ਮੀਡੀਆ ਸਰੋਤ ਨੇ ਅਮਰੀਕਾ ਦੇ ਉਹਨਾਂ ਤੇ ਸੁਣੀਆਂ ਨੇ। ਬਿਲਕੁਲ। ਔਰ ਦੂਜੀ ਗੱਲ ਇਹ ਵੀ ਕੀਤੀ ਜਾਂਦੀ ਹੈ ਕਿ ਜਿਹੜੇ ਲੋਕ ਵੋਟਾਂ ਦੀ ਗਿਣਤੀ ਕਰ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਵੋਲੰਟੀਅਰ ਨੇ। ਔਰ ਤੀਜੀ ਗੱਲ ਇਹ ਹੈ ਕਿ ਮਿਸਟਰ ਟਰੰਪ ਕੱਲ੍ਹ ਦੀ ਸਪੀਚ ਦੇ ਵਿੱਚ, ਕੱਲ੍ਹ ਜਦੋਂ ਸ਼ਾਮ ਨੂੰ ਉਹਨਾਂ ਨੇ ਇੱਕ ਮੀਡੀਆ ਐਡਰੈਸ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ 2 ਜਗ੍ਹਾ ਦਾ ਨਾਂ ਲਿਆ, ਡਿਟਰੋਇਟ ਦਾ ਨਾਂ ਲਿਆ, ਇੱਕ ਹੋਰ ਸ਼ਹਿਰ ਦਾ ਨਾਂ ਲਿਆ, ਮੈਨੂੰ ਯਾਦ ਨਹੀਂ। ਉਹਨਾਂ ਨੇ ਖਾਸ ਕਰਕੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿੰਨੇ ਕਰਪਟ ਉੱਥੇ ਸਿਸਟਮ ਬੜਾ ਕਰਪਟ ਹੈ, ਜਿਹੜਾ ਕਿ ਮੈਂ ਸਮਝਦਾ ਕਿ ਉਹ ਮੁਲਕ ਦੇ ਰਾਸ਼ਟਰਪਤੀ ਨੇ ਸ਼ਾਇਦ ਨਹੀਂ ਚੰਗੀ ਗੱਲ ਲੱਗਦੀ। ਲੇਕਿਨ ਗੱਲ ਹੈ ਕਿ ਇਲਜ਼ਾਮਬਾਜ਼ੀ ਇਸ ਹੱਦ ਤੱਕ ਜਾ ਰਹੀ ਹੈ। ਬਿਲਕੁਲ। ਜਿਹੜਾ ਟਰਸਟ ਦੀ ਤੁਸੀਂ ਗੱਲ ਕੀਤੀ, ਸੋ ਟਰਸਟ ਵਾਲੀ ਗੱਲ ਜਿਹੜੀ ਹੈ ਉਹ ਵਾਕਈ ਇਸ ਵੇਲੇ ਅਗਰ ਮੈਂ ਇਹ ਕਹਾਂ ਕਿ ਕੰਟਰੀ ਬੁਰੀ ਤਰ੍ਹਾਂ ਡਿਵਾਈਡਡ ਹੈ ਔਰ ਟਰਸਟ ਲੈਵਲ ਜਿਹੜਾ ਹੈ ਉਹ ਲੋਐਸਟ ਲੈਵਲ ਤੇ। ਬਿਲਕੁਲ। ਸੋ ਮੈਨੂੰ ਲੱਗਦਾ ਜਿਹੜੀਆਂ ਲੋਕਤੰਤਰੀ ਸੰਸਥਾਵਾਂ ਨੇ, ਹਾਂਜੀ, ਉਹਦੇ ਵਿੱਚ ਜਿਹੜਾ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਸਾਰੀ ਦੁਨੀਆ ਦੇ ਵਿੱਚ ਹੀ ਘਟ ਰਿਹਾ ਵਾ। ਇੱਕ ਚਿੰਤਾ ਵਾਲਾ ਵਿਸ਼ਾ ਜੀ। ਬਿਨਾਂ ਸ਼ੱਕ ਜੀ ਇਹ ਚਿੰਤਾ ਵਾਲਾ ਵਿਸ਼ਾ ਹੈ। ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸੀ, ਇੱਕ ਸਾਬਕਾ ਸੈਕਟਰੀ ਹੋਏ ਨੇ, ਲੇਬਰ ਡਿਪਾਰਟਮੈਂਟ ਦੇ ਸੈਕਟਰੀ ਹੋਏ ਨੇ, ਜਿਨ੍ਹਾਂ ਦਾ ਅਗਰ ਜਿਹੜਾ ਪਿਛੋਕੜ ਦੇਖੀਏ ਤਾਂ ਉਹ ਜਿਹੜੀ ਪਾਰਟੀ ਦੇ ਨਾਲ ਜੋ ਬਾਈਡਨ ਸੰਬੰਧਿਤ ਨੇ, ਡੈਮੋਕ੍ਰੈਟਿਕ ਪਾਰਟੀ ਦੇ ਨਾਲ, ਉਹ ਆਪਣੇ ਪ੍ਰੈਜ਼ੀਡੈਂਟ ਫੋਰਡ ਤੋਂ ਲੈ ਕੇ ਨਿਕਸਨ ਤੋਂ ਲੈ ਕੇ ਔਰ ਆਪਣੇ ਬਿਲ ਕਲਿੰਟਨ, ਈਵਨ ਬਰਾਕ ਓਬਾਮਾ ਦੇ ਨਾਲ ਵੀ ਉਹ ਕਿਸੇ ਅਹੁਦੇ ਦੇ ਵਿੱਚ ਰਹੇ ਨੇ। ਸੋ ਪੁਰਾਣੇ ਡੈਮੋਕ੍ਰੈਟਿਕ ਨੇ। ਠੀਕ ਹੈ ਜੀ। ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਦ ਸਿਸਟਮ, ਤੇ ਨਾਲ ਫਿਰ ਕੁਐਸਚਨ ਮਾਰਕ ਹੈ ਹੂ ਰਿਗਡ। ਕਿਉਂਕਿ ਡੋਨਲਡ ਟਰੰਪ ਵੀ ਬੜਾ ਉਹ ਅਕਸਰ ਇਹ ਗੱਲ ਕਰਦਾ ਹੈ ਕਿ ਜਿਹੜਾ ਸਿਸਟਮ ਰਿਗਡ ਹੈ, ਜਿਹੜਾ ਸਿਸਟਮ ਖਰਾਬ ਹੈ। ਠੀਕ ਹੈ ਜੀ। ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਕਿਸ ਤਰ੍ਹਾਂ ਜਿਹੜੇ ਧਨਾੜ ਲੋਕੀ ਨੇ ਉਹਨਾਂ ਦਾ ਪੈਸਾ ਜਿਹੜਾ ਹੈ ਉਹ ਇਲੈਕਸ਼ਨ ਦੇ ਵਿੱਚ ਆ ਚੁੱਕਾ ਹੈ, ਉਹ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟਸ ਨੂੰ ਇਨਫਲੂਐਂਸ ਕਰਦਾ ਹੈ, ਕਾਰਪੋਰੇਟ ਸੈਕਟਰ ਜਿਹੜਾ। ਔਰ ਉਸ ਤਰ੍ਹਾਂ ਦੇ ਵਿਅਕਤੀ ਜਿਹੜੇ ਇੰਨਾ ਲੰਬਾ ਸਮਾਂ ਜਿਹੜੇ ਰਹੇ ਨੇ, ਔਰ ਮੈਂ ਉਹਨਾਂ ਦਾ ਕਿਉਂਕਿ ਉਹਨਾਂ ਦੀ ਬੁੱਕ ਦੇ ਸੰਬੰਧਿਤ ਉਹਨਾਂ ਦੀ ਇੱਕ ਇੰਟਰਵਿਊ ਪੜ੍ਹ ਰਿਹਾ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ, ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਖੁਦ ਜਿਹੜੇ ਆਪਣੇ ਡੈਮੋਕ੍ਰੈਟਿਕ ਰਹੇ ਹੋ ਤੁਸੀਂ, ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਪਿੱਛੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਰਹੇ ਨੇ, ਜਿਹਦੇ ਵਿੱਚ ਬਿਲ ਕਲਿੰਟਨ ਜਾਂ ਬਰਾਕ ਓਬਾਮਾ ਦੀ ਉਹਨਾਂ ਨੇ ਗੱਲ ਕੀਤੀ ਵੀ ਉਹਨਾਂ ਦੇ ਸਮੇਂ ਵਿੱਚ ਵੀ ਇਹ ਪ੍ਰੈਕਟਿਸ ਜਿਹੜੀ ਹੈ ਇਹ ਠੀਕ ਨਹੀਂ ਰਹੀ, ਤੇ ਉਹਨਾਂ ਨੇ ਗੱਲ ਮੰਨੀ ਹੈ ਕਿ ਜਿਹੜੀ ਮਿਡਲ ਕਲਾਸ ਹੈ ਉਸ ਨੂੰ ਪੂਰੀ ਤਰ੍ਹਾਂ ਰਿਪਰੈਜ਼ੈਂਟ ਕਰਨ ਦੇ ਵਿੱਚ ਡੈਮੋਕ੍ਰੈਟਿਕ ਵੀ ਜਿਹੜੇ ਨਾਕਾਮਯਾਬ ਰਹੇ ਨੇ। ਠੀਕ ਹੈ ਜੀ। ਔਰ ਦੂਜੀ ਜਿਹੜੀ ਇੱਕ ਉਹਨਾਂ ਨੇ ਬੜੀ ਸਿੱਧੀ ਤੇ ਸਪਸ਼ਟ ਉਹਨਾਂ ਨੇ ਗੱਲ ਕੀਤੀ ਹੈ, ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਪੈਸਾ ਹੈ, ਹਾਂਜੀ, ਇਹ ਇਸ ਹੱਦ ਤੱਕ ਇਸ ਸਿਸਟਮ ਨੂੰ ਕਰਪਟ ਕਰ ਚੁੱਕਾ ਹੈ
ਕਿ ਔਰ ਦੂਜੀ ਗੱਲ ਉਹਨੇ ਇਹ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਸ਼ਾਇਦ 1800 ਈਸਵੀ ਦੇ ਵਿੱਚ ਵੀ ਇਸ ਤਰ੍ਹਾਂ ਹੋ ਚੁੱਕਾ ਹੈ ਜਿੱਥੇ ਗਰੀਬ ਤੇ ਅਮੀਰ ਦਾ ਪਾੜਾ ਬਹੁਤ ਵੱਧ ਚੁੱਕਿਆ ਸੀ, ਲੇਕਿਨ ਬਾਅਦ ਦੇ ਵਿੱਚ ਇਹਦੇ ਵਿੱਚ ਕਰੈਕਸ਼ਨ ਹੋਈ ਹੈ। ਲੇਕਿਨ ਅਜੇ ਜਿਹੜਾ ਹੁਣ ਇਸ ਵੇਲੇ ਸਥਿਤੀ ਹੈ ਦੁਨੀਆ ਭਰ ਦੀ, ਉਹ ਸ਼ਾਇਦ ਇਸ ਤੋਂ ਵੀ ਵਧੇਰੇ ਗੰਦਲੀ ਹੈ ਜੀ। ਠੀਕ ਹੈ ਜੀ। ਮੈਂ ਨਾ ਜੀ ਪੋਲੀਟੀਕਲ ਸਾਇੰਸ ਜਦੋਂ ਪੜ੍ਹਦਾ ਸੀ ਉਹਦੇ ਵਿੱਚ ਕੋਟ ਹੁੰਦੀ ਸੀ, ਹਾਂਜੀ, ਕਿ ਪਾਵਰ ਕਰਪਟਸ ਏ ਮੈਨ ਐਂਡ ਐਬਸੋਲੂਟਲੀ ਪਾਵਰ ਕਰਪਟਸ ਏ ਮੈਨ ਐਬਸੋਲੂਟਲੀ। ਸੋ ਹਾਂਜੀ, ਇਹ ਜਿਹੜੀ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਬਿਲਕੁਲ ਬਿਲਕੁਲ। ਸੋ ਜਿਹੜੀ ਐਬਸੋਲੂਟ ਪਾਵਰ ਆ, ਵੈਸੇ ਪਾਵਰ ਕਿਸੇ ਵੀ ਰੂਪ ਦੇ ਵਿੱਚ ਹਾਂਜੀ ਜਿੱਥੇ ਹੋਵੇ ਉੱਥੇ ਕਰਪਸ਼ਨ ਦੇ ਚਾਂਸਸ ਜਿਹੜੇ ਜੀ ਉਹ ਬਣ ਜਾਂਦੇ ਨੇ। ਬਿਲਕੁਲ ਜੀ। ਸੋ ਦਰਸ਼ਕ ਜਿਹੜੇ ਨੇ ਉਹ ਮੈਨੂੰ ਲੱਗਦਾ ਵੀ ਸਾਨੂੰ ਥੋੜੀ ਵੇਟ ਹੋਰ ਕਰਨੀ ਪਊਗੀ। 1-2 ਦਿਨਾਂ ਦੇ ਵਿੱਚ ਲੱਗਦਾ ਵੀ ਜਿਹੜਾ ਅਮਰੀਕਨ ਇਲੈਕਸ਼ਨ ਨੇ ਪ੍ਰੈਜ਼ੀਡੈਂਟ ਦੇ, ਉਹਦੇ ਰਿਜ਼ਲਟ, ਉਹਦੇ ਨਤੀਜੇ ਜਿਹੜੇ ਨੇ ਆ ਜਾਣਗੇ। ਇੱਕ ਥੋੜੀ ਜਿਹੀ ਹੋਰ ਮੈਂ ਗੱਲ ਐਡ ਕਰਨੀ ਚਾਹੁੰਦਾ। ਹਾਂਜੀ, ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਫਾਰਮਰ ਲੇਬਰ ਸੈਕਟਰੀ ਰੋਬਰਟ ਲਾਈਚ, ਉਹਨਾਂ ਦੀ ਇਹ ਬੁੱਕ ਹੈ, ਉਹਨਾਂ ਨੇ ਇੱਕ ਬੜੀ ਇੰਟਰਸਟਿੰਗ ਗੱਲ ਕਹੀ। ਉਹਦੇ ਵਿੱਚ ਜ਼ਿਕਰ ਕਰਦੇ ਨੇ ਕਿ ਡੋਨਲਡ ਟਰੰਪ ਦੇ ਬਾਰੇ ਉਹਨਾਂ ਨੇ ਸਪੈਸ਼ਲ ਜਿਹੜਾ ਜ਼ਿਕਰ ਕੀਤਾ, ਉਹ ਕਹਿੰਦੇ ਕਿ ਡੋਨਲਡ ਟਰੰਪ ਜਦੋਂ ਪ੍ਰੈਜ਼ੀਡੈਂਟ ਬਣਿਆ, ਉਹਨੇ ਜਿਹੜੀ ਨਬਜ਼ ਲੋਕਾਂ ਦੀ ਪਛਾਣੀ ਹੈ ਨਾ, ਜਿਹੜੀ ਉਹਨੇ ਗੱਲ ਫੜੀ ਹੈ, ਉਹਨੇ ਮਿਡਲ ਕਲਾਸ ਦੇ ਲੋਕਾਂ ਨੂੰ ਇਹ ਕਿਹਾ ਕਿ ਤੁਸੀਂ ਜਿਹੜਾ ਮੈਂ ਤੁਹਾਡੀਆਂ ਨੌਕਰੀਆਂ ਬਚਾਵਾਂਗਾ, ਠੀਕ ਹੈ, ਮੈਂ ਤੁਹਾਨੂੰ ਧਨਾੜ ਕਾਰਪੋਰੇਸ਼ਨਾਂ ਦੇ ਖਿਲਾਫ ਮੈਂ ਲੜਾਂਗਾ, ਮੈਂ ਵਾਲ ਸਟਰੀਟ ਜਿਹੜੀ ਉੱਥੇ ਦੀ ਸਟਾਕ ਐਕਸਚੇਂਜ ਹੈ ਮੈਂ ਉਹਦੇ ਖਿਲਾਫ ਵੀ ਲੜਾਂਗਾ। ਲੇਕਿਨ ਕਹਿੰਦੇ ਨੇ ਕਿ ਉਹ ਇੱਕ ਲੱਕੜੀ ਦਾ ਘੋੜਾ ਸਾਬਤ ਹੋਇਆ। ਅੱਛਾ ਜੀ। ਕਿ ਉਹ ਇਹ ਕਰ ਨਹੀਂ ਸਕਿਆ ਜਿਹੜੇ ਉਹਨੇ ਕੋਈ ਚੇਂਜਸ ਕੀਤੀਆਂ, ਉਹਦੇ ਨਾਲ ਸਿਰਫ ਇਹ ਹੈ ਕਿ ਟੈਕਸ ਬੈਨੀਫਿਟ ਜਿਹੜੇ ਦਿੱਤੇ ਉਹ ਕਾਰਪੋਰੇਟ ਜਾਂ ਜਿਹੜੇ ਧਨਾੜ ਘਰਾਣਿਆਂ ਨੂੰ ਦਿੱਤੇ, ਲੇਕਿਨ ਅਸਲੀ ਜੜ ਨੂੰ ਉਹਨੇ ਨਹੀਂ ਫੜਿਆ। ਇਹਦੇ ਬਾਵਜੂਦ ਉਹਨਾਂ ਦਾ ਇਹ ਕਹਿਣਾ, ਜਿੱਥੇ ਜਿਹੜੀ ਗੱਲ ਨੂੰ ਮੈਂ ਥੋੜ੍ਹਾ ਧਿਆਨ ਦੇ ਨਾਲ, ਉਹਨਾਂ ਨੇ ਕਿਹਾ ਕਿ ਇਹਦੇ ਬਾਵਜੂਦ ਉਹਨੇ ਲੋਕਾਂ ਦਾ ਧਿਆਨ ਇਸ ਪਾਸੇ ਲਾ ਦਿੱਤਾ ਕਿ ਨਹੀਂ ਜੀ, ਇੱਕ ਧਰਮ ਦੇ ਬਾਬਤ ਉਹਨੇ ਕਿਹਾ ਜੀ ਕਿ ਇਸਲਾਮ ਦੇ ਖਿਲਾਫ ਉਹਨੇ ਜ਼ਿਆਦਾ ਜਿਹੜੀ ਨਫ਼ਰਤ ਭਰਨ ਦਾ ਜ਼ਿਕਰ ਕੀਤਾ, ਉਹਨੇ ਜਿਹੜੇ ਇਮੀਗ੍ਰੈਂਟ ਸੀ ਉਹਨਾਂ ਦੇ ਖਿਲਾਫ ਜਿਹੜਾ ਫੋਕਸ ਜ਼ਿਆਦਾ ਕੀਤਾ, ਤੇ ਉਹਨੇ ਜਿਹੜੇ ਸਹੀ ਮਸਲੇ ਸੀ ਉਹਨਾਂ ਨੂੰ ਨਹੀਂ ਉਜਾਗਰ ਕੀਤਾ। ਠੀਕ ਹੈ। ਤੇ ਮੈਂ ਸੋਚ ਰਿਹਾ ਸਾਂ ਕਿ ਕਿਤੇ ਭਾਰਤ ਦੇ ਵਿੱਚ, ਜਦੋਂ ਭਾਰਤ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ, ਕਿਉਂਕਿ ਵਾਅਦੇ ਜਿਹੜੇ ਸਨ ਉਹ ਇਹ ਸਨ ਕਿ ਜਿਹੜੀ ਕਾਰਪੋਰੇਟ ਕਰਪਸ਼ਨ ਹੈ ਉਹ ਖਤਮ ਹੋਵੇਗੀ, ਆਮ ਲੋਕਾਂ ਦੀ ਸੁਣਵਾਈ ਹੋਵੇਗੀ। ਲੇਕਿਨ ਮੈਨੂੰ ਜਾਪਦਾ ਕਿ ਪਿਛਲੇ 5-6 ਸਾਲ ਤੋਂ ਜਿਹੜਾ ਫੋਕਸ ਹੈ ਉਹ ਜਾਂ ਇੱਕ ਧਰਮ ਦੇ ਖਿਲਾਫ ਹੈ ਜਾਂ ਇੱਕ ਮੁਲਕ ਦੇ ਖਿਲਾਫ ਹੈ, ਲੇਕਿਨ ਜਿਹੜੇ ਅਸਲੀ ਮੁੱਦੇ ਸਨ ਉਹ ਬੈਕ ਬਰਨਰ ਤੇ ਚਲੇ ਗਏ। ਸਬਕਾ ਸਾਥ ਸਬਕਾ ਵਿਕਾਸ। ਬਿਲਕੁਲ ਜੀ, ਬਿਲਕੁਲ। ਸੋ ਦੋਸਤੋ, ਮੁੱਦੇ ਹੋਰ ਵੀ ਨੇ, ਕੁਝ ਰਾਸ਼ਟਰੀ ਹੋਣਗੇ, ਕੁਝ ਅੰਤਰਰਾਸ਼ਟਰੀ, ਜਿਨ੍ਹਾਂ ਉੱਪਰ ਗੱਲਬਾਤ ਕਰਾਂਗੇ। ਇੱਥੇ ਇੱਕ ਬ੍ਰੇਕ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਆਪ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਜੀ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ। ਭਾਜੀ, ਅਮਰੀਕਨ ਇਲੈਕਸ਼ਨਸ ਦੇ ਬਾਰੇ ਆਪਣੀ ਗੱਲਬਾਤ ਹੋ ਚੁੱਕੀ ਹੈ ਜੀ। ਬਿਲਕੁਲ ਜੀ, ਔਰ ਗੱਲਬਾਤ ਹੁੰਦੀ ਰਹਿਣੀ ਹੈ ਜੀ। ਬਿਲਕੁਲ ਹੁੰਦੀ ਰਹਿਣੀ ਜੀ। ਕਾਫੀ ਇੱਕ ਭਖਦਾ ਮਸਲਾ ਵਾ, ਔਰ ਮੈਨੂੰ ਲੱਗਦਾ ਵੀ ਇਹਨੂੰ ਲੱਗਣਗੇ ਜੇ ਨਤੀਜਾ ਆਉਂਦਾ ਹੈ ਕੁਝ ਦਿਨ। ਅਗਰ ਕੋਰਟ ਦੇ ਵਿੱਚ ਮਸਲਾ ਜਾਂਦਾ ਹੈ ਤਾਂ ਲੋਕ ਕੁਝ ਇਹ ਵੀ ਕਹਿੰਦੇ ਨੇ ਕਿ ਸ਼ਾਇਦ ਦਸੰਬਰ ਦੇ ਅੱਧ ਤੱਕ ਜਾਵੇ ਜੀ। ਠੀਕ ਹੈ ਜੀ। ਹਾਂਜੀ, ਅਗਲਾ ਜਿਹੜਾ ਟੌਪਿਕ ਹੈ ਜਿਸ ਬਾਰੇ ਆਪਾਂ ਡਿਸਕਸ਼ਨ ਕਰਨੀ ਹੈ ਜੀ, ਹਾਂਜੀ, ਉਹ ਹੈਗਾ ਵਾ ਕਿ ਅਮਰੀਕਾ, ਇੰਡੀਆ, ਜਾਪਾਨ ਤੇ ਆਸਟ੍ਰੇਲੀਆ, ਹਾਂਜੀ, ਇਹਨਾਂ 4 ਮੁਲਕਾਂ ਵੱਲੋਂ ਇੱਕ ਸਾਂਝੀ ਨੇਵਲ ਡਰਿਲ ਸ਼ੁਰੂ ਕਰ ਦਿੱਤੀ ਗਈ ਹੈ ਜੀ, ਮਾਲਾਬਾਰ ਡਰਿਲ ਦੇ ਨਾਮ ਤੇ, ਇੰਡੀਅਨ ਓਸ਼ਨ ਦੇ ਵਿੱਚ। ਅੱਛਾ ਜੀ। ਇਹ ਜਿਹੜੀ ਡਰਿਲ ਆ ਜਾਂ ਇਹ ਜਿਹੜੀ ਨੇਵਲ ਐਕਸਰਸਾਈਜ਼ ਆ, ਇਸ ਨੂੰ ਤੁਸੀਂ ਕਿਵੇਂ ਦੇਖਦੇ ਜੀ? ਮੇਰਾ ਖਿਆਲ ਕਿ ਇਹ ਜਿਹੜੀ ਐਕਸਰਸਾਈਜ਼ ਹੈ ਇਹ ਪਿਛਲੇ ਕੁਝ ਸਾਲਾਂ ਤੋਂ ਹੁੰਦੀ ਆ ਰਹੀ, ਲਗਭਗ 1992 ਤੋਂ ਜੀ ਇਹ ਐਨੂਅਲ ਡਰਿਲ ਆ। ਐਨੂਅਲ ਡਰਿਲ ਹੈ, ਹਾਂਜੀ। ਔਰ ਜਿਹੜੀਆਂ ਕੰਟਰੀਆਂ ਦਾ ਤੁਸੀਂ ਜ਼ਿਕਰ ਕੀਤਾ ਹੈ ਜੀ, ਇੰਡੀਆ, ਆਸਟ੍ਰੇਲੀਆ, ਜਾਪਾਨ ਤੇ USA, ਔਰ ਦੁਨੀਆ ਦੇ ਵਿੱਚ ਜੋ ਪਿਛਲੇ ਤਕਰੀਬਨ 15-20 ਸਾਲ ਤੋਂ ਜਿਹੜੀ ਚਾਈਨਾ ਦੀ ਡੋਮੀਨੈਂਸ ਹੈ, ਹਾਂਜੀ, ਉਹ ਮੇਰਾ ਖਿਆਲ ਹੈ ਅਸੀਂ ਸਾਰੇ ਜਾਣਦੇ ਹਾਂ। ਬਿਲਕੁਲ। ਕਿ ਹਰ ਕੰਟਰੀ ਦੇ ਵਿੱਚ ਔਰ ਹਰ ਖਿੱਤੇ ਦੇ ਵਿੱਚ, ਹਰ ਕੰਟੀਨੈਂਟ ਦੀ ਮੈਂ ਗੱਲ ਕਰਾਂ, ਕੰਟਰੀ ਨਹੀਂ, ਕੰਟੀਨੈਂਟ ਦੇ ਵਿੱਚ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਾਊਥ ਅਮਰੀਕਾ ਦੇ ਜਿਹੜੇ ਕੰਟਰੀ ਨੇ ਉਹਨਾਂ ਦੇ ਵਿੱਚ ਵੀ ਚਾਈਨਾ ਦਾ ਕਾਫੀ ਦਬਦਬਾ ਹੈ। ਬਿਲਕੁਲ। ਇੱਧਰੋਂ ਅਸੀਂ ਅਗਰ ਸਾਊਥ ਅਮਰੀਕਾ ਦੀ ਗੱਲ ਕਰੀਏ, ਵੈਨਜ਼ੂਏਲਾ ਤੱਕ, ਤੇ ਹੋਰ ਸਾਰੇ ਜਿਹੜੇ ਕੰਟਰੀ ਨੇ, ਬਿਲਕੁਲ, ਹਾਂਜੀ, ਉਸ ਦੇ ਨਾਲ ਵੀਅਤਨਾਮ, ਹਾਂਜੀ, ਫਿਲੀਪੀਨਸ, ਤੇ ਆਪਣੇ ਇੰਡੀਆ ਦੇ ਗੁਆਂਢ ਦੇ ਵਿੱਚ ਅਸੀਂ ਚਲੀ ਜਾਈਏ, ਪਾਕਿਸਤਾਨ ਦੇ ਬਾਰੇ ਕੋਈ ਸ਼ੱਕ ਨਹੀਂ, ਪਾਕਿਸਤਾਨ ਦੀ ਗੱਲ, ਨੇਪਾਲ ਦੀ ਗੱਲ, ਬੰਗਲਾਦੇਸ਼ ਹੈ, ਸ਼੍ਰੀਲੰਕਾ ਹੈ, ਬਿਲਕੁਲ, ਹਾਂਜੀ। ਸੋ ਚਾਈਨਾ ਦਾ ਜਿਹੜਾ ਪ੍ਰਭਾਵ ਹੈ ਦੁਨੀਆ ਦੇ ਵਿੱਚ ਵੱਧ ਰਿਹਾ ਹੈ। ਬਿਲਕੁਲ। ਔਰ ਅਸੀਂ ਗੱਲ ਫਿਰ ਅਮਰੀਕਾ ਦੀ ਆ ਗਈ, ਸੁਪਰ ਪਾਵਰ ਹੈ, ਹਾਂਜੀ, ਤੇ ਜਿਹੜੀ ਸੁਪਰ ਪਾਵਰ ਦੁਨੀਆ ਦੇ ਵਿੱਚ ਇੱਕੋ ਹੀ ਹੈ। ਬਿਲਕੁਲ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਨੂੰ ਚੈਲੰਜ ਕਰਨ ਵਾਲਾ ਕੋਈ ਹੈ। ਬਿਲਕੁਲ। ਤੇ ਦੁਨੀਆ ਵੀ ਅਗਰ ਮੁਲਕ ਦੇ ਵਿੱਚ, ਅਗਰ ਕਿਉਂਕਿ ਅਸੀਂ ਵਰਲਡ ਦੀ ਅੱਜ ਗੱਲ ਕਰਦੇ ਹਾਂ, ਤੇ ਇਹ ਲੋਕ
ਲੋਕਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਅਗਰ ਕੋਈ ਸੁਪਰ ਪਾਵਰ ਹੋਰ ਹੋ ਸਕਦਾ ਹੈ, ਚਾਈਨਾ ਹੋ ਸਕਦਾ ਹੈ। ਬਿਲਕੁਲ ਜੀ। ਸੋ ਅਮਰੀਕਾ ਦਾ ਇੰਟਰਸਟ ਤੇ ਮੇਰੇ ਖਿਆਲ ਇਸ ਗੱਲ ਤੋਂ ਸਮਝ ਆਉਂਦਾ ਹੈ ਜੀ। ਦੂਜੀ ਗੱਲ ਹੈ ਜਾਪਾਨ ਦੇ ਨਾਲ ਚਾਈਨਾ ਦਾ, ਜਿਹਨੂੰ ਕਹਿੰਦੇ ਨੇ ਆਪਣੇ 36 ਦਾ ਅੰਕੜਾ ਪੰਜਾਬੀ ਚ ਕਹਿ ਦਿੰਦੇ ਜੀ, ਕਾਫੀ ਆਈਲੈਂਡਸ ਨੂੰ ਲੈ ਕੇ ਇਹਨਾਂ ਦਾ ਝਗੜਾ ਚੱਲਦਾ ਰਹਿੰਦਾ ਹੈ। ਬਹੁਤ ਪੁਰਾਣਾ ਹੈ ਜੀ। ਹਾਂਜੀ। ਜਾਪਾਨ ਨੇ ਆਪਣੇ ਚਾਈਨਾ ਤੇ ਕਬਜ਼ਾ ਵੀ ਕੀਤਾ, ਪੁਰਾਣੀ ਹਿਸਟੋਰਿਕ ਫੈਕਟ ਨੇ ਸਾਰੇ। ਹਾਂਜੀ। ਸੋ ਇਹ ਵੀ ਗੱਲ ਜਿਹੜੀ ਹੈ ਇਹ ਬੜੀ ਸਪਸ਼ਟ ਹੈ। ਹਾਂਜੀ। ਆਸਟ੍ਰੇਲੀਆ ਤੇ ਭਾਰਤ ਦੇ ਨਾਲ ਚਾਈਨਾ ਦਾ, ਜਦੋਂ ਤੋਂ ਭਾਰਤ ਜਿਹੜਾ ਆਜ਼ਾਦ ਹੋਇਆ, ਚਾਈਨਾ ਦੇ ਨਾਲ ਲੜਾਈ ਹੋ ਚੁੱਕੀ ਹੈ ਰੀਸੈਂਟਲੀ। ਇਸ ਵੇਲੇ ਮੇਰੇ ਖਿਆਲ ਉਸ ਲੜਾਈ ਤੋਂ ਬਾਅਦ ਜਿਹੜੇ ਨੇ ਹੁਣ ਤਣਾਅਪੂਰਨ ਹਾਲਾਤ ਨੇ, ਫਿਰ ਇੱਕ ਵਾਰ ਸਾਡੇ ਜਿਹੜੇ ਇੰਡੀਆ ਦੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦੀਆਂ ਜਾਨਾਂ ਵੀ ਗਈਆਂ ਨੇ ਪਿੱਛੇ। ਹਾਂਜੀ ਬਿਲਕੁਲ। ਹਾਂਜੀ। ਤੇ ਰੀਸੈਂਟਲੀ ਮੈਂ ਜਿਹੜੇ ਇੰਡੀਆ ਦੇ ਕਮਾਂਡਰ ਇਨ ਚੀਫ ਨੇ ਜਿਹੜੀਆਂ ਤਿੰਨੇ ਫੋਰਸਿਸ ਦੇ, ਵਿਪਨ ਰਾਵਤ, ਉਹਨਾਂ ਦਾ ਬਿਆਨ ਮੈਂ ਪੜ੍ਹ ਰਿਹਾ ਸੀ। ਉਹਨਾਂ ਨੇ ਗੱਲ ਕਹੀ ਹੈ ਕਿ ਚਾਈਨਾ ਦੇ ਨਾਲ ਜਿਹੜੀ ਜੰਗ ਹੈ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ। ਅੱਛਾ ਜੀ। ਇਹਦੀ ਸੰਭਾਵਨਾ ਹੈ। ਸੋ ਇਹ ਸਾਰੀਆਂ ਗੱਲਾਂ ਅਗਰ ਅਸੀਂ ਮੱਦੇਨਜ਼ਰ ਰੱਖਦੇ ਹਾਂ ਤੇ ਇੱਕ ਕਾਮਨ ਇੰਟਰਸਟ ਜਿਹੜਾ ਇਹਨਾਂ ਸਾਰੇ ਕੰਟਰੀਆਂ ਦਾ ਨਜ਼ਰ ਆਉਂਦਾ ਹੈ। ਹਾਂਜੀ। ਹਾਂਜੀ। ਤੇ ਐਕਸਰਸਾਈਜ਼ਾਂ ਵੈਸੇ ਹੋਰ ਵੀ ਮੁਲਕਾਂ ਦੇ ਨਾਲ ਹੁੰਦੀਆਂ ਨੇ। ਮੈਨੂੰ ਯਾਦ ਹੈ ਪਿੱਛੇ ਇੰਡੀਆ ਨੇ ਰਸ਼ੀਆ ਦੇ ਨਾਲ ਵੀ ਕੁਝ ਐਕਸਰਸਾਈਜ਼ਾਂ ਕੀਤੀਆਂ ਨੇ। ਇਹ ਕੋਈ ਏਡੀ ਅਨਹੋਣੀ ਗੱਲ ਵੀ ਨਹੀਂ। ਪਰ ਮੈਨੂੰ ਜਿਹੜੀ ਗੱਲ, ਕਿਉਂਕਿ ਸਾਡਾ ਪਿਛੋਕੜ ਇੰਡੀਆ ਦੇ ਨਾਲ ਹੈ, ਭਾਵੇਂ ਅਸੀਂ ਅੱਜ ਕੈਨੇਡੀਅਨ ਹੈ, ਲੇਕਿਨ ਸਾਡਾ ਸੰਬੰਧ, ਸਾਡੀਆਂ ਜੜ੍ਹਾਂ, ਸਾਡੇ ਜਿਹੜੇ ਪੇਰੈਂਟਸ ਨੇ ਅੱਜ ਉਸ ਮੁਲਕ ਦੇ ਵਿੱਚ ਬੈਠੇ ਨੇ, ਸਾਡਾ ਆਉਣ ਜਾਣ ਵੱਧ ਤੋਂ ਵੱਧ ਇੰਡੀਆ ਦੇ ਵਿੱਚ ਹੈ। ਸੋ ਸਾਡੀ ਜਿਹੜੀ ਇੰਟਰਸਟ ਹੈ ਇੰਡੀਆ ਦੇ ਨਾਲ ਵੀ ਹੈ। ਮੈਨੂੰ ਕਈ ਵਾਰੀ ਇਸ ਗੱਲ ਦਾ ਜਿਹੜਾ ਸ਼ੰਕਾ ਜ਼ਰੂਰ ਹੁੰਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਦੁਨੀਆ ਦੇ ਵਿੱਚ ਚਾਈਨਾ ਦੇ ਨਾਲ ਜਿਹੜੀ ਪ੍ਰੋਬਲਮ ਹੈ ਉਹ ਕਿਸੇ ਹੋਰ ਕੰਟਰੀ ਦੀ ਹੋਵੇ ਤਾਂ ਜਿਹੜਾ ਜੰਗ ਦਾ ਅਖਾੜਾ ਹੈ ਉਹ ਭਾਰਤ ਬਣ ਜਾਏ। ਸੋ ਭਾਰਤ ਨੂੰ ਸਾਰਾ ਕੁਝ ਜਿਹੜਾ ਉਹ ਸੋਚ ਸਮਝ ਕੇ ਤੇ ਸੁਹਿਰਦਤਾ ਦੇ ਨਾਲ ਕਰਨਾ ਚਾਹੀਦਾ। ਵੈਸੇ ਜੰਗ ਤਾਂ ਹੋਣੀ ਨਹੀਂ ਚਾਹੀਦੀ ਦੁਨੀਆ ਦੇ ਵਿੱਚ, ਕਿਉਂਕਿ ਜੰਗ ਦੇ ਨਾਲ ਕਿਸੇ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਸੁਚੇਤ ਹੋਣ ਦੀ ਲੋੜ ਹੈ ਜੀ, ਸੁਚੇਤ ਹੋਣ ਦੀ ਜ਼ਰੂਰਤ ਹੈ। ਔਰ ਮੈਨੂੰ ਇਹ ਵੀ ਲੱਗਦਾ ਵਾ ਕਿ ਜਿਹੜਾ ਏਸ਼ੀਆ ਪੈਸੀਫਿਕ ਜਿਹੜਾ ਰੀਜਨ ਆ, ਹਾਂਜੀ, ਉਹਦੇ ਵਿੱਚ ਬੈਲੈਂਸ ਆਫ ਪਾਵਰ ਨੂੰ ਮੇਨਟੇਨ ਕਰਨ ਦੇ ਲਈ ਵੀ ਅਮਰੀਕਾ, ਆਸਟ੍ਰੇਲੀਆ, ਜਾਪਾਨ ਤੇ ਇੰਡੀਆ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਵੀ ਚਾਈਨਾ ਦਾ ਜਿਹੜਾ ਇੱਕ ਪ੍ਰਭਾਵ ਵਧਾ ਜਾਂਦਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਟੇਨ ਕੀਤਾ ਜਾਵੇ। ਦੇਖੋ ਜੀ, ਜਿਹੜੀ ਸਧਾਰਨ ਜਿਹੀ ਗੱਲ ਨਜ਼ਰ ਆਉਂਦੀ ਹੈ, ਕਿਉਂਕਿ ਜਿਹੜੇ ਅਮਰੀਕਾ ਹੈ ਜਾਂ ਅਮਰੀਕਾ ਦੇ ਜਿਹੜੇ ਉਹਦੇ ਗੁੱਟ ਵਾਲੇ ਜਿਹੜੇ ਕੰਟਰੀ ਨੇ, ਜਿਹੜੇ ਵੈਸਟਰਨ ਕੰਟਰੀ ਨੇ, ਜਿਹਦੇ ਵਿੱਚ ਆਸਟ੍ਰੇਲੀਆ ਵੀ ਹੈ, ਅਗਰ ਜ਼ਰੂਰਤ ਪਵੇ ਤਾਂ ਇੰਗਲੈਂਡ ਵਾਲੇ ਵੀ ਨਾਲ ਖੜੇ ਹੁੰਦੇ ਨੇ, ਫਰਾਂਸ ਵਾਲੇ ਵੀ ਨਾਲ ਖੜੇ ਹੁੰਦੇ ਨੇ। ਅਸੀਂ ਦੇਖ ਚੁੱਕੇ ਹਾਂ ਪਿਛਲੀ ਸਾਰੀ ਜੋ ਵਰਲਡ ਦੇ ਵਿੱਚ ਮਿਡਲ ਈਸਟ ਦੇ ਵਿੱਚ ਕਨਫਲਿਕਟ ਹੋਏ ਨੇ, ਲੀਬੀਆ ਦੇ ਨਾਲ ਕਨਫਲਿਕਟ ਹੋਇਆ ਅਮਰੀਕਾ ਦਾ, ਉਹਦੇ ਵਿੱਚ ਇਹ ਸਾਰੇ ਕੰਟਰੀ ਉਹਨਾਂ ਦੇ ਨਾਲ ਖੜੇ ਹੋ ਜਾਂਦੇ ਨੇ। ਠੀਕ ਹੈ ਜੀ। ਲੇਕਿਨ ਸਮਾਂ ਪਾ ਕੇ। ਹਾਂਜੀ। ਲੇਕਿਨ ਅਮਰੀਕਾ ਜਿਹੜਾ ਹੈ ਉਹਨੂੰ ਇਹ ਪਤਾ ਕਿ ਅਗਰ ਚਾਈਨਾ ਦੇ ਨਾਲ ਕਿਸੇ ਕਿਸਮ ਦੀ ਕਦੀ ਕੋਈ ਮੁਸ਼ਕਲ ਆਉਂਦੀ ਹੈ ਤੇ ਭਾਰਤ ਆਬਾਦੀ ਦੇ ਪੱਖੋਂ ਬਹੁਤ ਵੱਡਾ ਦੇਸ਼ ਹੈ, ਮਿਲਟਰੀ ਬਹੁਤ ਵੱਡੀ ਹੈ। ਸੋ ਬਿਲਕੁਲ ਬੈਲੈਂਸ ਬਿਲਕੁਲ ਨਿਊਕਲੀਅਰ ਪਾਵਰ ਹੈ। ਸੋ ਬੈਲੈਂਸ ਆਫ ਪਾਵਰ ਬਣਾਉਣ ਲਈ ਇਹ ਜਿਹੜੀ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਰੱਖਣਾ, ਇਹ ਸ਼ਾਇਦ ਇਹ ਸਾਰੇ ਕੰਟਰੀਆਂ ਦੀ ਆਪਣੀ ਇੱਕ ਆਪਸੀ ਜ਼ਰੂਰਤ ਹੈ। ਠੀਕ ਹੈ ਜੀ। ਹਾਂਜੀ। ਇੱਕ ਜੀ ਰੀਸੈਂਟ ਮੈਂ ਖਬਰ ਸੁਣ ਰਿਹਾ ਸੀਗਾ, ਖਾਸ ਕਰਕੇ ਅਲਬਰਟਾ ਯੂਨੀਵਰਸਿਟੀ ਬਾਰੇ। ਉੱਥੇ ਕੋਈ ਖੁਸ਼ਖਬਰੀ ਜੀ ਵਾਲੀ ਗੱਲਬਾਤ ਹੈ ਜੀ, ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਵੀ ਕੀ ਗੁੱਡ ਨਿਊਜ਼ ਆ ਉਹ। ਬਿਲਕੁਲ ਜੀ। ਅਕਸਰ ਮਨਜੀਤ ਜੀ ਜਦੋਂ ਅਸੀਂ ਗੱਲਾਂ ਕਰਦੇ ਹਾਂ ਬਹੁਤ ਹੀ ਵਾਰੀ, ਤੇ ਅਕਸਰ ਮੈਨੂੰ ਲੱਗਦਾ ਸਾਡੀ ਗੱਲ ਨਹੀਂ ਜੀ, ਜਿੱਥੇ ਵੀ ਕਿਤੇ ਮੀਡੀਆ 'ਚ ਤੁਸੀਂ ਔਨ ਕਰ ਲਓ, ਕੁਝ ਨਾ ਕੁਝ ਨੈਗੇਟਿਵਿਟੀ ਚੱਲਦੀ ਰਹਿੰਦੀ ਹੈ, ਚੰਗੀਆਂ ਗੱਲਾਂ ਸੁਣਨ ਨੂੰ ਘੱਟ ਮਿਲਦੀਆਂ ਨੇ। ਬਿਲਕੁਲ। ਤੇ ਅਲਬਰਟਾ ਦੇ ਇੱਕ ਡੈਂਟਿਸਟ ਨੇ ਜੀ। ਅੱਛਾ ਜੀ। ਹਾਂਜੀ। ਰੋਬਰਟ, ਅਗਰ ਮੈਂ ਸ਼ਾਇਦ ਨਾਮ ਜੌਫਰੀ। ਹਾਂਜੀ, ਜੌਫਰੀ। ਔਰ ਉਹਨਾਂ ਦੀ ਵਾਈਫ, ਹਾਂਜੀ, ਜਿਹੜੇ ਕਿ ਉਹਨਾਂ ਦੀ ਏਜ ਕਾਫੀ ਹੈ। ਹਾਂਜੀ, ਰੋਬਿਨ। ਔਰ ਉਹਨਾਂ ਦੀ ਏਜ ਕਾਫੀ ਹੈ, ਮੇਰਾ ਖਿਆਲ 80 ਤੋਂ ਉੱਪਰ ਨੇ। ਬੜੇ ਲੰਬੇ ਸਮੇਂ ਤੋਂ ਪ੍ਰੈਕਟਿਸ ਉਹਨਾਂ ਨੇ ਡੈਂਟਿਸਟਰੀ ਦੇ ਵਿੱਚ ਕੀਤੀ ਹੈ। ਯੂਨੀਵਰਸਿਟੀ ਆਫ ਅਲਬਰਟਾ ਦੇ ਵਿੱਚ ਉਹ ਲੰਬੇ ਸਮੇਂ ਤੋਂ ਉਹਨਾਂ ਨੇ ਪੜ੍ਹਾਇਆ ਵੀ ਹੈ। ਠੀਕ ਹੈ ਜੀ। ਤੇ ਉਹਨਾਂ ਨੇ ਇੱਕ ਬਹੁਤ ਵੱਡੀ ਰਾਸ਼ੀ ਜਿਹੜੀ ਹੈ ਉਹ ਐਡਮਿੰਟਨ ਯੂਨੀਵਰਸਿਟੀ ਆਫ ਅਲਬਰਟਾ ਦੀ ਲਾਇਬ੍ਰੇਰੀ ਨੂੰ ਡੋਨੇਟ ਕੀਤੀ। ਕੀ ਬਾਤ ਹੈ। ਔਰ ਉਹਨਾਂ ਦੀ ਆਪਣੀ ਰਿਕੁਐਸਟ ਹੈ, ਉਹ ਜਿਹੜੀ ਰਕਮ ਹੈ ਉਹਨੇ ਕਿੰਨੇ ਮਿਲੀਅਨ ਦਿੱਤਾ ਹੈ ਇਹ ਡਿਸਕਲੋਜ਼ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਨਾ ਦੱਸੋ, ਲੇਕਿਨ ਇਹ ਕਹਿਣਾ ਯੂਨੀਵਰਸਿਟੀ ਦਾ ਕਿ ਜਿਹੜੇ ਚੰਦਕ ਬਹੁਤ ਵੱਡੇ ਡੋਨਰ, ਜਿਹੜੇ ਦਾਨੀ ਸੱਜਣ ਚੰਦਕ ਹੋਏ ਨੇ, ਉਹਨਾਂ ਦੇ ਮੁਕਾਬਲੇ ਦੀ ਇਹ ਰਕਮ ਹੈ। ਸੋ ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਜਿੱਥੇ ਅਸੀਂ ਅੱਜ ਕੱਲ੍ਹ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ, ਆਪਾਂ ਕਾਰਪੋਰੇਸ਼ਨਾਂ ਦੀ ਗੱਲ ਕਰਦੇ ਹਾਂ, ਤੇ ਅੱਜ ਕੱਲ੍ਹ ਇਹ ਗੱਲ ਅਕਸਰ ਕੀਤੀ ਜਾਂਦੀ ਹੈ, ਮੇਰਾ ਖਿਆਲ ਇਹਦੇ ਵਿੱਚ ਕੋਈ ਗਲਤੀ ਵੀ ਨਹੀਂ, ਕਿ ਗਰੀਡ ਜਿਹੜਾ ਹੈ, ਲਾਲਚ ਜਿਹੜਾ ਹੈ, ਲਾਲਚ ਵੱਧ ਚੁੱਕਿਆ ਹਾਂਜੀ ਬੰਦੇ ਦੇ ਵਿੱਚ। ਔਰ ਉੱਥੇ ਇਹ ਜਿਹੜੀ ਮਿਸਾਲ ਹੈ ਯੂਨੀਵਰਸਿਟੀ ਆਫ ਅਲਬਰਟਾ ਦੇ ਵਿੱਚ ਕਿ ਇੱਕ ਵਿਅਕਤੀ ਨੇ ਜ਼ਿੰਦਗੀ ਭਰ ਮਿਹਨਤ ਕੀਤੀ ਹੈ, ਔਰ ਹੁਣ ਵੀ ਉਹਨਾਂ ਦੀ ਕੋਸ਼ਿਸ਼ ਹੈ
ਉਹਨੂੰ ਸਲਾਮ ਹੈ, ਉਹਨੂੰ ਸਲੂਟ ਹੈ। ਔਰ ਸ਼ਾਇਦ ਇਸੇ ਤਰ੍ਹਾਂ ਦੇ ਲੋਕ ਨੇ ਜਿਹਦੇ ਕਰਕੇ ਦੁਨੀਆ ਦੇ ਵਿੱਚ ਚੰਗੇ ਕੰਮ ਹੋ ਰਹੇ ਨੇ ਜੀ। ਬਿਲਕੁਲ ਜੀ, ਕਾਬਿਲੇ ਤਾਰੀਫ ਹੈ ਜੀ, ਐਡਾ ਵਧੀਆ ਕੰਮ ਕੀਤਾ। ਔਰ ਖਾਸ ਕਰਕੇ ਅਗਰ ਸਿੱਖਿਆ ਔਰ ਸਿਹਤ ਦੇ ਮਾਮਲਿਆਂ ਦੇ ਵਿੱਚ ਇਦਾਂ ਦੀ ਕੰਟਰੀਬਿਊਸ਼ਨ ਕੀਤੀ ਜਾਵੇ ਤੇ ਇਹਦੇ ਨਾਲ ਦੀ ਕੋਈ ਰੀਸ ਨਹੀਂ ਜੀ। ਬਿਲਕੁਲ ਜੀ, ਵੱਡਾ ਪੁੰਨ ਹੈ, ਬਹੁਤ ਵੱਡਾ ਪੁੰਨ ਹੈ ਜੀ। ਲਓ ਜੀ, ਇੱਕ ਹੋਰ ਖੁਸ਼ਖਬਰੀ ਤੁਹਾਨੂੰ ਯੂਨੀਵਰਸਿਟੀ ਆਫ ਅਲਬਰਟਾ ਨਾਲ ਰਿਲੇਟਡ ਸੁਣਾਉਂਦੇ ਆ। ਹਾਂਜੀ, ਉੱਥੇ ਦੇ ਇੱਕ ਪ੍ਰੋਫੈਸਰ ਨੇ ਜੀ, ਹਾਂਜੀ, ਡਾਕਟਰ ਮਾਈਕਲ ਹੌਟਨ। ਅੱਛਾ ਜੀ। ਉਹਨਾਂ ਨੂੰ ਪਿਛਲੇ ਮਹੀਨੇ ਦੀ ਗੱਲ ਆ 2020 ਦਾ ਨੋਬਲ ਪ੍ਰਾਈਜ਼ ਫਾਰ ਮੈਡੀਸਨ ਮਿਲਿਆ ਜੀ। ਵੈਰੀ ਗੁੱਡ। ਇਹ ਮੈਨੂੰ ਲੱਗਦਾ ਵੀ ਅਲਬਰਟਾ ਵਾਸੀਆਂ ਵਾਸਤੇ ਔਰ ਕੈਨੇਡਾ ਵਾਸੀਆਂ ਵਾਸਤੇ ਕਾਫੀ ਵੱਡੀ ਖਬਰ ਹੈ ਜੀ। ਬਿਲਕੁਲ ਜੀ, ਬਹੁਤ ਵੱਡੀ ਗੱਲ ਹੈ ਜੀ। ਨੋਬਲ ਪੀਸ ਪ੍ਰਾਈਜ਼ ਦੁਨੀਆ ਦੇ ਵਿੱਚ ਜਿਹੜਾ ਇੱਕ ਬਹੁਤ ਨਾਮਵਰ ਜਿਹੜਾ ਕੋ ਬਹੁਤ, ਕਿਉਂਕਿ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਵੀ ਤੇ ਹੋਰ ਜਿਹੜੇ ਕੋਈ ਵਿਅਕਤੀ ਵੱਲੋਂ ਐਕਸਟਰਾਆਰਡਨਰੀ ਕੋਈ ਸਰਵਿਸ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈ। ਤੇ ਵਾਕਿਆ ਇਹ ਬੜੀ ਖੁਸ਼ੀ ਵਾਲੀ ਗੱਲ ਹੈ। ਹੈਪੇਟਾਈਟਸ ਸੀ ਦੇ ਸੰਬੰਧ ਦੇ ਵਿੱਚ ਇਹਨਾਂ ਦੀ ਰਿਸਰਚ ਸੀ ਜੀ। ਬਿਲਕੁਲ ਜੀ, ਇਹ ਬਿਮਾਰੀ ਜਿਹੜੀ ਹੈ ਹੈਪੇਟਾਈਟਸ ਸੀ, ਇਹਦੀ ਬੜੀ ਸਮੱਸਿਆ ਦੁਨੀਆ ਦੇ ਵਿੱਚ, ਬਹੁਤ ਖਤਰਨਾਕ ਬਿਮਾਰੀ ਹੈ। ਔਰ ਉਹਦੀ ਰਿਸਰਚ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਇਹ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਹੈ। ਬਿਲਕੁਲ ਜੀ। ਔਰ ਮੈਂ ਸਾਇੰਸ ਦਾ ਸਮੁੱਚੇ ਕੈਨੇਡਾ ਲਈ, ਐਡਮਿੰਟਨ ਲਈ ਖਾਸ ਕਰਕੇ, ਔਰ ਯੂਨੀਵਰਸਿਟੀ ਆਫ ਅਲਬਰਟਾ ਲਈ ਬੜੀ ਮਾਣ ਵਾਲੀ ਗੱਲ ਹੈ ਜੀ। ਚਲੋ ਜੀ, ਇੱਕ ਜਾਂਦੇ ਇੱਕ ਹੋਰ ਖਬਰ ਸਾਂਝੀ ਕਰ ਦਿੰਦੇ ਆ ਐਡਮਿੰਟਨ ਸ਼ਹਿਰ ਬਾਰੇ। ਹਾਂਜੀ। ਸਿਟੀ ਆਫ ਕਾਉਂਸਲ ਨੇ ਜੀ ਕੱਲ ਇੱਕ ਨਵਾਂ ਰੂਲ ਪਾਸ ਕਰ ਦਿੱਤਾ। ਅੱਛਾ ਜੀ। ਸਪੀਡ ਨੂੰ ਲੈ ਕੇ। ਅੱਛਾ ਜੀ। ਕਿ ਜਿਹੜੀ ਸੜਕਾਂ ਦੇ ਉੱਪਰ ਜਿਹੜੇ ਸਾਡੇ ਵਹੀਕਲਸ ਭੱਜਦੇ ਨੇ, ਹਾਂਜੀ, ਉਹਨਾਂ ਦੀ ਰਫ਼ਤਾਰ ਨੂੰ ਠੱਲ ਪਾਉਣ ਦੀ ਗੱਲ ਕੀਤੀ ਹੈ ਜੀ। ਅੱਛਾ ਜੀ। ਕਿ ਖਾਸ ਕਰਕੇ ਜਿਹੜੇ ਰੈਜ਼ੀਡੈਂਸ਼ੀਅਲ ਏਰੀਆਜ਼ ਨੇ ਜਿੱਥੇ ਪਹਿਲਾਂ 50 ਦੀ ਸਪੀਡ ਸੀ, ਹੁਣ 40 ਦੀ ਹੋਏਗੀ। ਔਰ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਆ ਉਹ 2021 ਦੇ ਮੱਧ ਦੇ ਵਿੱਚ ਜਾ ਕੇ ਕੀਤੀ ਜਾਵੇਗੀ। ਇਸ ਖਬਰ ਨੂੰ ਕਿਵੇਂ ਦੇਖਦੇ ਤੁਸੀਂ? ਖਬਰ ਗੱਲ ਇਹ ਹੈ ਜੀ, ਵੈਸੇ ਇਹ ਹੁਣ ਉਹਨਾਂ ਨੇ ਅਗਰ ਕੀਤਾ ਜੀ ਕੋਈ ਸੋਚ ਸਮਝ ਕੇ ਕੀਤਾ ਹੋਵੇਗਾ। ਹੋ ਸਕਦਾ ਉਹਨਾਂ ਨੇ ਕੋਈ ਡਾਟਾ ਇਕੱਤਰ ਕੀਤਾ ਹੋਵੇ ਜਿਹਦੇ ਕਰਕੇ ਉਹਨਾਂ ਨੂੰ ਇਹ ਲੱਗਿਆ ਹੋਵੇ ਕਿ ਇਹ ਜਿਹੜੀ 50 ਦੀ ਸਪੀਡ ਹੈ ਇਹਦੇ ਨਾਲ ਕੁਝ ਉਹਦੇ ਕੋਈ ਨੁਕਸਾਨ ਹੋਣਗੇ, ਹਾਦਸੇ ਹੋ ਸਕਦੇ, ਹਾਦਸੇ ਹੋਣ ਦਾ। ਹਾਂਜੀ। ਲੇਕਿਨ ਇਹ ਗੱਲ ਕੁੱਲ ਮਿਲਾ ਕੇ ਚਲੋ ਇਹਦੇ ਬਾਰੇ ਜਿਵੇਂ ਮੈਂ ਕਿਹਾ ਕਿ ਉਹਨੇ ਜ਼ਰੂਰ ਕੋਈ ਨਾ ਕੋਈ ਅੰਕੜੇ ਉਹਨਾਂ ਦੇ ਪਾਸ ਹੋਣਗੇ। ਲੇਕਿਨ ਇਹ ਗੱਲ ਚੰਗੀ ਹੈ ਇਹ, ਕਿਉਂਕਿ ਫਿਰ ਆਪਣੇ ਸਿਸਟਮ ਦੀ ਗੱਲ ਹੈ। ਇਹਦਾ ਮਤਲਬ ਕਿ ਇਹਨਾਂ ਮੁਲਕਾਂ ਦੇ ਵਿੱਚ ਇੱਕ ਸਿਸਟਮ ਹੈ ਜਿਹਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਔਰ ਸਮੇਂ ਸਿਰ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ। ਔਰ ਸਾਡੇ ਵਰਗਿਆਂ ਲਈ ਤਾਂ ਇਹ ਹੈ ਕਿ ਅਸੀਂ ਉਹਨੂੰ ਸਿਰ ਮੱਥੇ 'ਤੇ ਕਬੂਲ ਆਪਣੇ ਕਰੀਏ ਤੇ 40 ਦੀ ਲਿਮਟ ਜਦੋਂ ਲਾਗੂ ਹੋਵੇ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦਈਏ। ਔਰ ਦੋਸਤੋ, ਜਿਹੜੀ ਇਹ 40 ਦੀ ਸਪੀਡ ਲਿਮਟ ਲਾਗੂ ਹੋਣ ਜਾ ਰਹੀ ਆ ਆਪਣੇ ਅਗਲੇ ਸਾਲ 2021 ਦੇ ਮੱਧ ਦੇ ਵਿੱਚ, ਇਹ ਜੈਸਪਰ ਐਵੀਨਿਊ ਐਡਮਿੰਟਨ ਦਾ ਔਰ ਵਾਈਟ ਐਵੀਨਿਊ, ਇਹਨਾਂ ਦੋਨਾਂ ਦੇ ਉੱਪਰ ਵੀ ਲਾਗੂ ਹੋਵੇਗੀ। ਸੋ ਜਦੋਂ ਵੀ ਲਾਗੂ ਹੋ ਜਾਵੇ ਆਪਣੀ ਸਪੀਡ ਦਾ ਕੰਟਰੋਲ ਕਰਿਓ ਜੀ। ਔਰ ਜਿਹੜੇ ਨਿਯਮ ਨੇ ਟ੍ਰੈਫਿਕ ਦੇ, ਇਹਨਾਂ ਦੀ ਪਾਲਣਾ ਕਰਨੀ ਨੈਚੁਰਲੀ ਸਾਰੇ ਅਲਬਰਟਨਸ ਦਾ ਇਹਦੀ ਜ਼ਿੰਮੇਵਾਰੀ ਹੈ ਜੀ। ਬਿਲਕੁਲ ਸਾਨੂੰ ਹਾਂਜੀ, ਜਿਹੜਾ ਰੂਲ ਹੈ ਉਹਨੂੰ ਫੋਲੋ ਕਰਨਾ ਚਾਹੀਦਾ। ਬਿਲਕੁਲ। ਬਸ। ਤੇ ਭਾਜੀ ਆਪ ਜੀ ਦਾ ਬਹੁਤ ਧੰਨਵਾਦ। ਇੱਕ ਵਾਰੀ ਫਿਰ ਤੁਸੀਂ ਹਰ ਹਫਤੇ ਆਉਂਦੇ ਜੇ ਔਰ ਜਿਹੜੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਚਲੰਤ ਮਸਲੇ ਨੇ ਉਹਨਾਂ ਪਰ ਗੱਲਬਾਤ ਕਰਦੇ ਜੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਰਦਾਰ ਗੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਡੇ ਸਟੂਡੀਓ ਵਿੱਚ ਆ ਕੇ ਤੁਹਾਡੇ ਸਨਮੁਖ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਤੁਸੀਂ ਆਪਣੀ ਫੀਡਬੈਕ ਸਾਡੇ ਸੋਸ਼ਲ ਮੀਡੀਆ ਦੇ ਪੇਜਸ ਦੇ ਉੱਪਰ ਜਾ ਕੇ ਦੇ ਸਕਦੇ ਹੋ। ਆਉਣ ਵਾਲੇ ਐਪੀਸੋਡਸ ਦੇ ਵਿੱਚ ਹੋਰ ਵੱਖ-ਵੱਖ ਮਾਹਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣ ਦਾ ਯਤਨ ਕਰਾਂਗੇ। ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।